10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ, ਆਪਾਂ ਸਾਇੰਸ ਵਿਸ਼ੇ ਦਾ ਚੌਥਾ ਪਾਠ ਜਿਸ ਦਾ ਨਾਮ ਹੈ ਕਾਰਬਨ ਅਤੇ ਇਸ ਦੇ ਯੌਗਿਕ, ਉਹਦੇ ਬਾਰੇ ਗਿਆਨ ਹਾਸਲ ਕਰ ਰਹੇ ਹਾਂ। ਤਾਂ ਪਿਛਲੇ ਲੈਕਚਰ ਵਿੱਚ ਮੈਨੂੰ ਉਮੀਦ ਹੈ ਜੋ ਕੁਝ ਪੜ੍ਹਾਇਆ ਗਿਆ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸੁਣ ਲਿਆ ਹੋਵੇਗਾ। ਜੇ ਤੁਸੀਂ ਉਸ ਲੈਕਚਰ ਨੂੰ ਚੰਗੀ ਤਰ੍ਹਾਂ ਸੁਣਿਆ ਹੈ ਤਾਂ ਹੀ ਇਸ ਲੈਕਚਰ ਨੂੰ ਦੇਖਿਓ, ਕਿਉਂਕਿ ਬਹੁਤ ਸਾਰੀਆਂ ਕਨਸੈਪਟ ਜਿਹੜੀਆਂ ਤੁਹਾਡੀਆਂ ਉਸ ਵਿੱਚ ਕਲੀਅਰ ਹੋਈਆਂ ਹੋਣਗੀਆਂ, ਉਹਦੇ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ। ਤਾਂ ਇਹ ਜਿਹੜਾ ਟੌਪਿਕ ਹੈ ਇਸ ਦਾ ਨਾਮ ਹੈ ਇਲੈਕਟ੍ਰੋਨ ਬਿੰਦੂ ਰਚਨਾ, ਜਾਂ ਇੰਗਲਿਸ਼ ਵਿੱਚ ਇਹਨੂੰ ਇਲੈਕਟ੍ਰੋਨ ਡਾਟ ਸਟਰਕਚਰ ਵੀ ਕਹਿ ਦਿੰਦੇ ਆਪਾਂ। ਜਿਹੜੇ ਆਪਣੇ ਕੋਲ ਯੌਗਿਕ ਹੈ, ਇਸ ਵਿੱਚ ਦੋ ਦਿਖਾਏ ਹੋਏ ਹੈ, ਦੋ ਹਾਈਡਰੋਕਾਰਬਨ ਦਿਖਾਏ ਹੋਏ ਹੈ, ਜਿਹੜਾ ਕਿ ਮੀਥੇਨ ਅਤੇ ਈਥੇਨ ਹੈ। ਹਾਈਡਰੋਕਾਰਬਨ ਕਹਿਣ ਤੋਂ ਭਾਵ ਜਿਹੜੇ ਹਾਈਡਰੋਜਨ ਅਤੇ ਕਾਰਬਨ ਤੋਂ ਮਿਲ ਕੇ ਬਣੇ ਹੋਏ ਆ। ਤੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੈ ਕਿ ਕਿਵੇਂ ਸਹਿ ਸੰਯੋਜੀ ਬੰਧਨ ਬਣੇ ਹੋਏ ਹੈ ਕਾਰਬਨ ਅਤੇ ਹਾਈਡਰੋਜਨ ਦੇ ਵਿਚਕਾਰ। ਜਿਵੇਂ ਕਾਰਬਨ ਦੀ ਸੰਯੋਜਕਤਾ 4 ਹੁੰਦੀ ਹੈ, ਇਸ ਬਾਰੇ ਤੁਸੀਂ ਪਹਿਲਾਂ ਪੜ੍ਹ ਚੁੱਕੇ ਆ। ਕਹਿਣ ਤੋਂ ਭਾਵ ਉਹਦੇ ਸੰਯੋਜਕਤਾ 4 ਹੋਣ ਕਰਕੇ ਉਹ 4 ਇਲੈਕਟ੍ਰੋਨ ਕਿਤੋਂ ਪ੍ਰਾਪਤ ਕਰ ਸਕਦਾ ਹੈ। ਤਾਂ ਇੱਥੇ ਚਿੱਤਰ ਦੇ ਵਿੱਚ ਜਿਹੜੀ ਤੁਹਾਨੂੰ ਡਾਇਗਰਾਮ ਦਿਖਾਈ ਹੈ, ਜਿਸ ਵਿੱਚ ਕਾਰਬਨ ਦੇ ਦੁਆਲੇ 4 ਕ੍ਰੋਸ ਲੱਗੇ ਹੋਏ ਆ, ਉਹ ਜਿਹੜੇ ਕ੍ਰੋਸ ਆ ਉਹ ਇੱਕ ਤਰ੍ਹਾਂ ਦੇ ਇਲੈਕਟ੍ਰੋਨ ਦਿਖਾਏ ਹੋਏ ਆ ਕਾਰਬਨ ਦੇ, ਅਤੇ ਉੱਧਰੋਂ ਹਾਈਡਰੋਜਨ ਦੇ ਨਾਲ ਇੱਕ ਬਿੰਦੂ ਲੱਗਿਆ ਹੋਇਆ, ਉਹ ਹਾਈਡਰੋਜਨ ਦੇ ਇਲੈਕਟ੍ਰੋਨ ਦੀ ਪਛਾਣ ਬਣਾਉਣ ਲਈ ਉਹਨੂੰ ਬਿੰਦੂ ਰੂਪ ਵਿੱਚ ਦਰਸਾਇਆ ਗਿਆ। ਤਾਂ ਦੋਨਾਂ ਨੇ ਇੱਕ ਦੂਜੇ ਨਾਲ ਸਾਂਝ ਪਾਈ ਹੈ ਇਲੈਕਟ੍ਰੋਨਾਂ ਨਾਲ ਹੀ, ਸਾਰੇ ਇਲੈਕਟ੍ਰੋਨਾਂ ਨੇ ਇੱਕ ਦੂਜੇ ਨਾਲ ਗਠਬੰਧਨ ਬਣਾਇਆ ਹੋਇਆ। ਤੋਂ ਹਾਈਡਰੋਜਨ ਦਾ ਇਲੈਕਟ੍ਰੋਨ ਅਤੇ ਕਾਰਬਨ ਦਾ ਇੱਕ ਇਲੈਕਟ੍ਰੋਨ ਮਿਲ ਕੇ ਜਿਹੜੀ ਹਾਈਡਰੋਜਨ ਦੀ ਸੰਪੂਰਨਤਾ ਨੂੰ ਸਹੀ ਕਰ ਰਿਹਾ। ਮਤਲਬ ਹਾਈਡਰੋਜਨ ਦੇ ਐਕਚੁਅਲੀ ਉਸ ਦਾ ਪਰਮਾਣੂ ਅੰਕ ਹੁੰਦਾ 1, ਅਤੇ ਉਹਦੇ ਪਹਿਲੇ ਸ਼ੈਲ 'ਚ 1 ਇਲੈਕਟ੍ਰੋਨ ਹੀ ਹੁੰਦਾ ਹੈ, ਅਤੇ 1 ਇਲੈਕਟ੍ਰੋਨ ਦੀ ਥਾਂ ਖਾਲੀ ਹੁੰਦੀ ਹੈ। ਤਾਂ ਉਹਨੇ ਆਪਣੇ ਆਪ ਨੂੰ ਸੰਪੂਰਨ ਕਰਨ ਦੇ ਲਈ ਕਾਰਬਨ ਦਾ ਇੱਕ ਪਰਮਾਣੂ ਉਸ ਦਾ 1 ਇਲੈਕਟ੍ਰੋਨ ਲੈ ਕੇ ਆਪਣਾ ਜਿਹੜਾ ਹੈਗਾ ਦੂਸਰੇ ਆਪਣੇ ਪਹਿਲੇ ਸ਼ੈਲ ਦੇ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਜਿਹੜੀ ਆ ਪੂਰੀ ਕਰ ਲੈਣੀ ਹੈ। ਜਦੋਂ ਉਹ ਪੂਰੀ ਹੋ ਗਈ ਫਿਰ ਉਹ ਸੰਤੁਲਿਤ ਹੋਵੇਗਾ, ਫਿਰ ਨਾ ਉਹਨੂੰ ਕਿਸੇ ਨਾਲ ਕਿਰਿਆ ਕਰਨ ਦੀ ਲੋੜ ਹੈਗੀ ਆ, ਉਹ ਸ਼ਾਂਤ ਹੋ ਜਾਏਗਾ। ਤਾਂ ਇਸੇ ਤਰ੍ਹਾਂ ਚਾਰੇ ਕਾਰਬਨਾਂ ਨੇ ਇੱਕ ਇਲੈਕਟ੍ਰੋਨ ਕਾਰਬਨ ਦਾ ਲੈ ਕੇ ਆਪਣੇ ਆਪ ਨੂੰ ਸੰਪੂਰਨ ਕੀਤਾ ਹੋਇਆ। ਇਸੇ ਤਰ੍ਹਾਂ ਕਾਰਬਨ ਨੇ 4 ਹਾਈਡਰੋਜਨ ਹੈ, ਚਾਰਾਂ ਹਾਈਡਰੋਜਨਾਂ ਦਾ ਇੱਕ ਇਲੈਕਟ੍ਰੋਨ ਆਪਣੇ ਇਲੈਕਟ੍ਰੋਨਾਂ ਦੇ ਨਾਲ ਸਾਂਝ ਪਾਈ ਹੋਈ ਹੈ, ਜਿਸ ਨਾਲ ਕਾਰਬਨ ਦਾ ਆਕਟੈਟ ਪੂਰਾ ਹੋ ਰਿਹਾ। ਕਹਿਣ ਤੋਂ ਭਾਵ ਕਾਰਬਨ ਦੀ ਇਲੈਕਟ੍ਰੋਨੀ ਤਰਤੀਬ ਜਿਹੜੀ ਹੈ 2 ਅਤੇ 4 ਹੁੰਦੀ ਹੈ। ਪਹਿਲੇ ਸ਼ੈਲ 'ਚ 2 ਇਲੈਕਟ੍ਰੋਨ ਹੁੰਦੇ ਆ, ਦੂਸਰੇ ਸ਼ੈਲ 'ਚ 4 ਇਲੈਕਟ੍ਰੋਨ ਹੁੰਦੇ ਆ, ਜਦ ਕਿ ਦੂਸਰੇ ਸ਼ੈਲ 'ਚ ਕੁੱਲ 8 ਹੋ ਸਕਦੇ ਆ। 4 ਦੀ ਥਾਂ ਖਾਲੀ ਸੀ ਉਹਦੇ ਕੋਲੇ, ਤਾਂ 4 ਇਲੈਕਟ੍ਰੋਨ ਉਹਨੇ ਹਾਈਡਰੋਜਨ ਦੇ ਲੈ ਲਏ। ਤਾਂ ਇਹ ਆਪਾਂ ਇਲੈਕਟ੍ਰੋਨਾਂ ਨੂੰ ਬਿੰਦੂ ਰੂਪ ਵਿੱਚ ਦਰਸਾਇਆ ਹੋਇਆ। ਤਾਂ ਇਸ ਕਰਕੇ ਇਸ ਬਣਤਰ ਨੂੰ ਆਪਾਂ ਇਲੈਕਟ੍ਰੋਨ ਬਿੰਦੂ ਰਚਨਾ ਕਹਿੰਦੇ ਹਾਂ। ਅਦਰਵਾਈਜ਼ ਜੇ ਆਪਾਂ ਇਹਨਾਂ ਦੀ ਬਣਤਰ ਦੇਖੀਏ ਤਾਂ ਇਸ ਤਰ੍ਹਾਂ ਵੀ ਆਪਾਂ ਉਹਨੂੰ ਦਰਸਾ ਸਕਦੇ ਹਾਂ। 2 ਬਿੰਦੂਆਂ ਨੂੰ ਰਲਾ ਕੇ ਮਤਲਬ 1 ਇਲੈਕਟ੍ਰੋਨਾਂ ਦਾ ਜੋੜਾ ਜਿਹੜਾ ਹੈਗਾ ਇੱਕ ਬੰਧਨ ਬਣਾਉਂਦਾ ਹੈਗਾ, ਜਿਵੇਂ ਤੁਸੀਂ ਇੱਥੇ ਕਾਰਬਨ ਅਤੇ ਹਾਈਡਰੋਜਨ ਦੇ ਵਿੱਚ ਦੇਖ ਰਹੇ ਹਾਂ। ਇੱਥੇ 2 ਸਟਰਕਚਰਾਂ ਦਿਖਾਈਆਂ। ਈਥੇਨ ਦੀ ਵੀ ਸਟਰਕਚਰ ਸਿਰਫ ਉਹਦੇ 'ਚ ਇੰਨਾ ਹੀ ਫਰਕ ਹੈ ਕਿ ਉਹਦੇ ਵਿੱਚ ਕਾਰਬਨ 2 ਹੈ ਅਤੇ ਹਾਈਡਰੋਜਨ 6 ਹੈ। ਮੀਥੇਨ ਦੇ ਵਿੱਚ ਕਾਰਬਨ 1 ਹੈ ਅਤੇ ਹਾਈਡਰੋਜਨ 4 ਹੈ। ਤਾਂ ਇਲੈਕਟ੍ਰੋਨ ਬਿੰਦੂ ਰਚਨਾ ਇਸ ਤਰ੍ਹਾਂ ਆਪਾਂ ਦਰਸਾ ਸਕਦੇ ਹਾਂ। ਸਿਮਿਲਰਲੀ ਇਲੈਕਟ੍ਰੋਨ ਬਿੰਦੂ ਰਚਨਾ ਜੇ ਆਪਾਂ ਦਰਸਾਉਣੀ ਹੈ ਤਾਂ ਇਸ ਤੋਂ ਪਹਿਲਾਂ ਜਿਹੜੇ ਆਪਾਂ ਪੜ੍ਹੇ ਸੀਗੇ ਇਹਨਾਂ ਦੀ ਵੀ ਇਲੈਕਟ੍ਰੋਨ ਬਿੰਦੂ ਰਚਨਾ ਆਪਾਂ ਦਰਸਾ ਸਕਦੇ ਹਾਂ, ਜਿਸ ਦੇ ਵਿੱਚ ਆਪਾਂ ਹਾਈਡਰੋਜਨ ਦੀ ਗੱਲ ਕੀਤੀ ਸੀ। ਆਹ ਜਿਹੜਾ ਵਿਚਲਾ ਹਿੱਸਾ ਦਿਖਾਇਆ ਤੁਸੀਂ ਦੇਖੋ ਹਾਈਡਰੋਜਨ ਦਾ, ਇਹ ਉਸ ਦੀ ਇਲੈਕਟ੍ਰੋਨ ਬਿੰਦੂ ਰਚਨਾ ਹੈ। ਬਿਲਕੁਲ ਇਸੇ ਤਰ੍ਹਾਂ ਆਕਸੀਜਨ ਦੀ ਆ ਵਿੱਚ ਜਿਹੜੀ ਜੁਆਇੰਟ ਜਿੱਥੇ ਗਠਬੰਧਨ ਬਣਿਆ ਹੋਇਆ, ਇਲੈਕਟ੍ਰੋਨ ਦਿਖਾਏ ਹੋਏ ਕ੍ਰਾਸ ਰੂਪ ਵਿੱਚ, ਇਹ ਵੀ ਉਸ ਦੀ ਇਲੈਕਟ੍ਰੋਨ ਬਿੰਦੂ ਰਚਨਾ ਹੈ। ਇਸੇ ਤਰ੍ਹਾਂ ਆਹ ਨਾਈਟ੍ਰੋਜਨ ਦੀ ਇਲੈਕਟ੍ਰੋਨ ਬਿੰਦੂ ਰਚਨਾ ਹੈਗੀ ਆ। ਤੋ ਇਹ ਇਲੈਕਟ੍ਰੋਨ ਬਿੰਦੂ ਰਚਨਾ ਦਰਸਾਉਣੀ ਜ਼ਰੂਰੀ ਹੈ, ਜਿਸ ਨਾਲ ਆਪਾਂ ਨੂੰ ਪੇਪਰ ਦੇ ਵਿੱਚ 2 ਤਰ੍ਹਾਂ ਦੀ ਰਚਨਾ ਪੁੱਛੀ ਜਾ ਸਕਦੀ ਹੈ। ਇੱਕ ਉਸ ਦੀ ਸਧਾਰਨ ਬਣਤਰ ਤਾਂ ਆਹ ਹੋਵੇਗੀ, ਅਤੇ ਇੱਕ ਆਪਾਂ ਨੂੰ ਪੁੱਛ ਸਕਦੇ ਇਲੈਕਟ੍ਰੋਨ ਬਿੰਦੂ ਬਣਤਰ ਉਸ ਦੀ। ਤਾਂ ਇਲੈਕਟ੍ਰੋਨ ਬਿੰਦੂ ਬਣਤਰ ਲਈ ਆਪਾਂ ਨੂੰ ਉੱਪਰਲੀ ਜਿਹੜੀ ਡਾਇਗਰਾਮ ਹੈ ਉਸ ਦੇ ਅਨੁਸਾਰ ਆਪਾਂ ਨੂੰ ਰਚਨਾ ਜਿਹੜੀ ਆ ਉੱਥੇ ਬਣਾਉਣੀ ਪੈਣੀ ਹੈ। ਕਿਸੇ ਵੀ ਯੌਗਿਕ ਦੀ, ਚਾਹੇ ਉਹ ਮੀਥੇਨ ਹੋਵੇ, ਚਾਹੇ ਈਥੇਨ ਹੋਵੇ, ਚਾਹੇ ਉਹ ਕਾਰਬਨ ਡਾਈਆਕਸਾਈਡ ਹੋਵੇ, ਚਾਹੇ ਅਮੋਨੀਆ ਹੋਵੇ, ਕੋਈ ਵੀ ਆ ਸਕਦਾ ਹੈਗਾ ਪੇਪਰ ਦੇ ਵਿੱਚ, ਤਾਂ ਉਸ ਨੂੰ ਸੰਭਾਵਿਤ ਰੱਖਦੇ ਹੋਏ ਤੁਸੀਂ ਇਸ ਦੀ ਤਿਆਰੀ ਕਰਨੀ ਹੈ। ਤਾਂ ਇੱਕ ਆਈਡੀਆ ਸੀ ਵੀ ਇਲੈਕਟ੍ਰੋਨ ਬਿੰਦੂ ਰਚਨਾ ਕਿਵੇਂ ਆਪਾਂ ਬਣਾਉਂਦੇ ਹਾਂ। ਹੁਣ ਆਪਣੇ ਕੋਲੇ ਅਗਲਾ ਟੌਪਿਕ ਹੈ, ਉਹ ਹੈ ਕਾਰਬਨ ਮਿਸ਼ਰਣਾਂ ਦੀ ਇੱਕ ਬਹੁਤ ਵੱਡੀ ਗਿਣਤੀ ਦਾ ਕਾਰਨ। ਕਾਰਬਨ ਦੇ ਜਿੰਨੇ ਵੀ ਯੌਗਿਕ ਹੈ
ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ। ਲਗਭਗ ਜੇ ਦੇਖਿਆ ਜਾਵੇ ਤਾਂ 3 ਮਿਲੀਅਨ ਤੋਂ ਵੱਧ ਕਾਰਬਨ ਦੇ ਯੋਗਿਕ ਹੈਗੇ ਆ। ਜੇ ਆਪਾਂ ਪੂਰੀ ਇੱਥੇ ਧਰਤੀ 'ਤੇ ਜੋ ਇੱਕ ਅਨੁਮਾਨ ਹੈ ਵੀ ਇੰਨੇ ਯੋਗਿਕ ਹੈਗੇ ਆ, ਹੋ ਸਕਦਾ ਇਸ ਤੋਂ ਵੱਧ ਵੀ ਹੋਣਗੇ, ਪਰ ਜੋ ਇੱਕ ਅੰਕੜਾ ਆਪਾਂ ਨੂੰ ਦਰਜ ਕਰਨਾ ਪੈਂਦਾ ਤਾਂ 3 ਮਿਲੀਅਨ ਤੋਂ ਵੱਧ ਕਾਰਬਨ ਦੇ ਯੋਗਿਕ ਆਪਣੇ ਇੱਥੇ ਹੈਗੇ, ਉਹਨਾਂ ਦੀ ਗਿਣਤੀ ਜਿਹੜੀ ਹੈ। ਤੇ ਜਿਹੜੀ ਕਿ ਆਮ ਤੌਰ 'ਤੇ ਜਿੰਨੇ ਯੋਗਿਕ ਪਏ ਆ ਉਹਨਾਂ ਦੀ ਗਿਣਤੀ ਤੋਂ ਬਹੁਤ ਵੱਧ ਹੈ। ਤਾਂ ਉਹਦਾ ਕਾਰਨ ਕੀ ਹੈ? ਕਾਰਨ ਮੁੱਖ 2 ਕਾਰਨ ਆਪਣੇ। ਪਹਿਲਾ ਕਾਰਨ ਤਾਂ ਇਹ ਹੈਗਾ ਕਿ ਕਾਰਬਨ ਜਾਂ ਤਾਂ ਆਪਣੇ ਆਪ ਨਾਲ ਤੇ ਜਾਂ ਹੋਰ ਕਿਸੇ ਪਰਮਾਣੂਆਂ ਦੇ ਨਾਲ, ਜੇ ਦੇਖੀਏ ਤਾਂ ਪਹਿਲੀ ਗੱਲ ਤਾਂ ਇਹਦੀ ਜਿਹੜੀ ਤੁਸੀਂ ਥੱਲੇ ਡਾਇਗਰਾਮ ਦੇਖ ਰਹੇ ਹੋ, ਜੇ ਇਹਦੇ 'ਚ ਦੇਖੋ ਇਕੱਲੇ ਕਾਰਬਨ ਦੇ ਹੀ ਬੰਧਨ ਬਣੇ ਹੋਏ ਆ। ਤਾਂ ਪਹਿਲਾ ਕਾਰਨ ਹੈ ਕਾਰਬਨ ਆਪਣੇ ਆਪ ਦੇ ਨਾਲ ਬੰਧਨ ਬਣਾ ਕੇ ਬਹੁਤ ਸਾਰੀਆਂ ਬਣਤਰਾਂ ਬਣਾਉਂਦਾ ਹੈ। ਤੋ ਇਹ ਬਣਤਰਾਂ ਜਿਵੇਂ ਇੱਥੇ ਤੁਹਾਨੂੰ ਦਿਖਾਈਆਂ ਹੋਈਆਂ, ਲਗਭਗ 3 ਤਰ੍ਹਾਂ ਦੀਆਂ ਬਣਤਰਾਂ ਦਿਖਾਈਆਂ। ਇੱਕ ਲੰਬੀ ਚੇਨ ਹੈ, ਇੱਕ ਇਸ ਵਿੱਚ ਬ੍ਰਾਂਚ ਦਾ ਮਤਲਬ ਉਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਬਣੀਆਂ ਹੋਈਆਂ, ਸ਼ਾਖਾਵਾਂ ਵਾਲੀ ਚੇਨ ਹੈਗੀ ਹੈ, ਅਤੇ ਇੱਕ ਜਿਹੜੀ ਹੈਗੀ ਆ ਬੰਦ ਰਿੰਗ ਵਾਲੀ ਰਚਨਾ ਹੈਗੀ ਹੈ। ਤੋ ਕਿੰਨੀਆਂ ਰਚਨਾਵਾਂ ਹੈਗੀਆਂ, ਲੜੀਆਂ, ਸ਼ਾਖਾਵਾਂ ਅਤੇ ਛੱਲੇ ਇਸ ਦੇ। ਤੋ ਕਾਰਬਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਣਤਰਾਂ ਬਣਾ ਸਕਦਾ ਹੈਗਾ। ਤੋ ਮਤਲਬ ਇਹ ਕਾਹਦੇ ਕਰਕੇ ਹੋਇਆ ਸੰਭਵ? ਇਹ ਆਪਣੇ ਆਪ ਦੇ ਨਾਲ ਹੀ ਜਿਹੜੇ ਬੰਧਨ ਬਣਾ ਲੈਂਦਾ ਹੈਗਾ। ਨੰਬਰ 2 ਇਹਦਾ ਕਾਰਨ ਹੈ ਵੀ ਆਪਣੇ ਆਪ ਨਾਲ ਤਾਂ ਇਹ ਬੰਧਨ ਬਣਾਉਂਦਾ ਹੀ ਬਣਾਉਂਦਾ ਹੈ, ਇਹ ਹੋਰ ਬਹੁਤ ਸਾਰੇ ਪਰਮਾਣੂਆਂ ਨਾਲ ਵੀ ਬੰਧਨ ਬਣਾ ਸਕਦਾ। ਜਿਵੇਂ ਉਹਦੇ 'ਚੋਂ ਪ੍ਰਮੁੱਖ ਰੂਪ ਵਿੱਚ ਆਪਾਂ ਹਾਈਡਰੋਜਨ ਅਤੇ ਕਾਰਬਨ ਦੇ ਬੰਧਨਾਂ ਬਾਰੇ ਇਸ ਪਾਠ 'ਚ ਪੜ੍ਹਾਂਗੇ। ਤਾਂ ਕਾਰਬਨ ਹਾਈਡਰੋਜਨ ਨਾਲ ਵੀ ਬੰਧਨ ਬਣਾ ਸਕਦਾ, ਆਕਸੀਜਨ ਨਾਲ ਵੀ ਬੰਧਨ ਬਣਾ ਸਕਦਾ, ਨਾਈਟ੍ਰੋਜਨ ਜਾਂ ਹੈਲੋਜਨ, ਬਹੁਤ ਸਾਰੇ ਇਸ ਤਰ੍ਹਾਂ ਦੇ ਪਰਮਾਣੂ ਹੈਗੇ ਜਿਨ੍ਹਾਂ ਨਾਲ ਇਹ ਬੰਧਨ ਬਣਾ ਸਕਦਾ ਹੈਗਾ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਪਰਮਾਣੂ ਹੈਗੇ ਆ ਜਿਨ੍ਹਾਂ ਨਾਲ ਕਾਰਬਨ ਬੰਧਨ ਬਣਾ ਸਕਦਾ ਹੈਗਾ। ਤੋ ਇਹੀ ਕਾਰਨ ਹੈ ਕਿ ਕਾਰਬਨ ਯੌਗਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ। ਤਾਂ ਹੁਣ ਆਪਾਂ ਅਗਲਾ ਟੌਪਿਕ ਪੜ੍ਹਾਂਗੇ ਜਿਸ ਦਾ ਨਾਮ ਹੈਗਾ ਹਾਈਡਰੋਕਾਰਬਨ। ਤਾਂ ਹਾਈਡਰੋਕਾਰਬਨ ਨਾਮ ਤੋਂ ਹੀ ਤੁਹਾਨੂੰ ਸਪਸ਼ਟ ਹੋ ਗਿਆ ਹੋਣਾ ਕਿ ਇਹਦੇ ਵਿੱਚ 2 ਤਰ੍ਹਾਂ ਦੇ ਪਰਮਾਣੂ ਹੁੰਦੇ ਆ, ਹਾਈਡਰੋਜਨ ਅਤੇ ਕਾਰਬਨ ਦੇ। ਤੋ ਇਸ ਕਰਕੇ ਹਾਈਡਰੋਕਾਰਬਨ ਦੀ ਪਰਿਭਾਸ਼ਾ ਹੋਊਗੀ ਉਹ ਵਾਲੇ ਯੌਗਿਕ ਜੋ ਹਾਈਡਰੋਜਨ ਅਤੇ ਕਾਰਬਨ ਦੇ ਮਿਸ਼ਰਣ ਨਾਲ ਬਣਦੇ ਹਨ, ਉਹਨਾਂ ਨੂੰ ਹਾਈਡਰੋਕਾਰਬਨ ਕਹਿੰਦੇ ਹਾਂ। ਹੁਣ ਇਹ ਹਾਈਡਰੋਕਾਰਬਨ 2 ਤਰ੍ਹਾਂ ਦੇ ਹੁੰਦੇ ਆ। ਇਸ ਵਿੱਚ ਜਿਹੜੀ ਪਹਿਲੀ ਕਿਸਮ ਹੈ ਉਹ ਹੈ ਸੰਤ੍ਰਿਪਤ ਹਾਈਡਰੋਕਾਰਬਨ, ਅਤੇ ਜਿਹੜੀ ਦੂਸਰੀ ਕਿਸਮ ਹੈ ਉਹ ਹੈ ਅਸੰਤ੍ਰਿਪਤ ਹਾਈਡਰੋਕਾਰਬਨ। ਇਹਨਾਂ ਬਾਰੇ ਤੁਹਾਨੂੰ ਇਸ ਸਟਰਕਚਰ ਬਾਰੇ ਅਤੇ ਕੀ ਕੁਛ ਹੁੰਦਾ ਇਹਨਾਂ ਦੇ ਵਿੱਚ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗਾ। ਪਹਿਲੀ ਗੱਲ ਪਹਿਚਾਣ ਰੱਖੋ ਕਿ ਸੰਤ੍ਰਿਪਤ ਹਾਈਡਰੋਕਾਰਬਨਾਂ ਦੇ ਵਿੱਚ ਹਮੇਸ਼ਾ ਇਕਹਿਰਾ ਸਹਿ ਸੰਯੋਜੀ ਬੰਧਨ ਹੁੰਦਾ ਹੈ, ਜਦ ਕਿ ਅਸੰਤ੍ਰਿਪਤ ਹਾਈਡਰੋਕਾਰਬਨਾਂ ਦੇ ਵਿੱਚ ਦੂਹਰਾ ਜਾਂ ਤੀਹਰਾ ਸਹਿ ਸੰਯੋਜੀ ਬੰਧਨ ਹੁੰਦਾ ਹੈ। ਤੁਹਾਨੂੰ ਪਿਛਲੇ ਲੈਕਚਰ ਵਿੱਚ ਮੈਂ ਸਹਿ ਸੰਯੋਜੀ ਬੰਧਨ ਦੀਆਂ ਕਿਸਮਾਂ ਬਾਰੇ ਸਮਝਾਇਆ ਸੀ, ਇਕਹਿਰਾ ਸਹਿ ਸੰਯੋਜੀ ਬੰਧਨ, ਦੂਹਰਾ ਸਹਿ ਸੰਯੋਜੀ ਬੰਧਨ ਅਤੇ ਤੀਹਰਾ ਸਹਿ ਸੰਯੋਜੀ ਬੰਧਨ। ਉਹਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਕਹਿਰਾ ਸਹਿ ਸੰਯੋਜੀ ਬੰਧਨ ਦੇ ਵਿੱਚ ਪਰਮਾਣੂਆਂ ਦੇ ਵਿਚਕਾਰ ਇੱਕ ਬੰਧਨ ਹੁੰਦਾ ਹੈ, ਦੂਹਰੇ ਅਤੇ ਤੀਹਰੇ ਦੇ ਵਿੱਚ 2 ਅਤੇ 3 ਬੰਧਨ ਹੁੰਦੇ ਹਨ। ਇੱਥੇ ਤੁਸੀਂ 2 ਡਾਇਗਰਾਮਸ ਵੀ ਦੇਖ ਰਹੇ ਹੋ ਜਿਹਦੇ ਵਿੱਚ ਤੁਹਾਨੂੰ ਦੂਹਰਾ ਅਤੇ ਤੀਹਰਾ ਬੰਧਨ ਵੀ ਦਿਖ ਰਿਹਾ ਹੈਗਾ। ਤੋ ਇਹ ਉਹਨਾਂ ਦੀ ਮੁੱਖ ਪਹਿਚਾਣ ਹੈਗੀ ਹੈ, ਜਿਹੜੇ ਸੰਤ੍ਰਿਪਤ ਹਾਈਡਰੋਕਾਰਬਨ ਅਤੇ ਅਸੰਤ੍ਰਿਪਤ ਹਾਈਡਰੋਕਾਰਬਨ। ਹੁਣ ਮੈਂ ਤੁਹਾਨੂੰ ਇਹਨਾਂ ਦੀ ਸਟਰਕਚਰ ਬਾਰੇ ਸਮਝਾਵਾਂਗਾ। ਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਸੰਤ੍ਰਿਪਤ ਹਾਈਡਰੋਕਾਰਬਨ ਹੈ ਉਹਨਾਂ ਬਾਰੇ ਦੱਸਾਂਗਾ। ਤੋ ਸੰਤ੍ਰਿਪਤ ਹਾਈਡਰੋਕਾਰਬਨ ਜਿਹੜੇ ਹੈਗੇ ਆ ਉਹਦੀ ਜਿਹੜੀ ਲੜੀ ਹੈ ਉਸ ਦੇ ਸਮੂਹ ਨੂੰ ਇੱਕ ਨਾਮ ਦਿੱਤਾ ਜਾਂਦਾ ਹੈ। ਇਸ ਹਾਈਡਰੋਕਾਰਬਨ ਦੀ ਲੜੀ ਦੇ ਸਮੂਹ ਨੂੰ ਜਿਹੜਾ ਨਾਮ ਦਿੱਤਾ ਗਿਆ ਉਸ ਨੂੰ ਕਹਿੰਦੇ ਆਪਾਂ ਆਲਕੇਨ। ਇਹ ਯਾਦ ਰੱਖਣਾ। ਇਸ ਦੇ ਵਿੱਚ ਜਿਹੜਾ ਪਿਛੇਤਰ ਲੱਗਦਾ ਹੈ
ਉਹ ਹੈਗਾ ਏਨ, ਕਿਉਂਕਿ ਨਾਮ ਤੁਸੀਂ ਬੋਲ ਕੇ ਦੇਖੋ, ਇਸ ਦਾ ਨਾਮ ਹੈ ਅਲਕੇਨ, ਤਾਂ ਇਹਦਾ ਪਿਛੇਤਰ ਹੈਗਾ ਏਨ। ਹੁਣ ਇਸ ਅਲਕੇਨ ਦਾ ਇੱਕ ਸਧਾਰਨ ਫਾਰਮੂਲਾ ਹੈਗਾ, ਜਨਰਲ ਫਾਰਮੂਲਾ ਹੈ। ਉਹ ਫਾਰਮੂਲਾ ਕੀ ਹੈ? CnH2n+2। ਇਹ ਯਾਦ ਰੱਖਣਾ ਹੈ, ਇਸ ਦਾ ਸਧਾਰਨ ਫਾਰਮੂਲਾ ਹੈ। ਹੁਣ ਇਸ ਸਧਾਰਨ ਫਾਰਮੂਲੇ ਦੀ ਵਰਤੋਂ ਕਰਦੇ ਹੋਏ ਆਪਾਂ ਅਲਕੇਨ ਲੜੀ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਸਾਰਿਆਂ ਦਾ ਗਠਨ ਕਰਾਂਗੇ। ਪਰ ਉਹਨਾਂ ਦਾ ਗਠਨ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦਾ ਨਾਮਕਰਨ ਕਿਵੇਂ ਕੀਤਾ ਗਿਆ। ਜਿਵੇਂ ਮੰਨ ਲਓ ਪਹਿਲਾ ਮੈਂਬਰ ਜਿਹਦੇ 'ਚ ਕਾਰਬਨ 1 ਹੈ, ਦੂਜੇ 'ਚ ਕਾਰਬਨ 2 ਹੋਣਗੇ, ਤੀਜੇ 'ਚ ਕਾਰਬਨ 3, ਚੌਥੇ 'ਚ ਕਾਰਬਨ 4, ਪੰਜਵੇਂ 'ਚ ਕਾਰਬਨ 5, ਛੇਵੇਂ 'ਚ ਕਾਰਬਨ 6। ਹੁਣ ਜੇ ਕਿਸੇ ਯੋਗਿਕ ਦੇ ਵਿੱਚ ਕਾਰਬਨ ਦੀ ਸੰਖਿਆ 1 ਹੈ ਤਾਂ ਉਹਦਾ ਅਗੇਤਰ ਲੱਗੇਗਾ ਮੀਥ। ਹੁਣ ਪਿਛੇਤਰ ਨੂੰ ਹਮੇਸ਼ਾ ਯਾਦ ਰੱਖਣਾ ਤੁਸੀਂ, ਪਿਛੇਤਰ ਹੈਗਾ ਏਨ। ਦੂਸਰਾ ਜਿਹੜਾ ਹੋਊਗਾ ਜਿਹਦੇ 'ਚ ਕਾਰਬਨ 2 ਹੋਣਗੇ ਉਹਦਾ ਨਾਮ ਹੋਵੇਗਾ ਈਥ। ਜਿਹਦੇ 'ਚ ਕਾਰਬਨ 3 ਹੋਣਗੇ ਉਸ ਦਾ ਨਾਮ ਹੋਵੇਗਾ ਪ੍ਰੋਪ। ਜਿਹਦੇ 'ਚ ਕਾਰਬਨ 4 ਹੋਣਗੇ ਉਸ ਦਾ ਨਾਮ ਹੋਵੇਗਾ ਬਿਊਟ। ਜਿਹਦੇ 'ਚ ਕਾਰਬਨ 5 ਹੋਣਗੇ ਉਸ ਦਾ ਨਾਮ ਹੋਵੇਗਾ ਪੈਂਟ। ਤੇ ਜਿਸ ਦੇ ਕਾਰਬਨ 6 ਹੋਣਗੇ ਉਸ ਦਾ ਅਗੇਤਰ ਜਿਹੜਾ ਹੋਵੇਗਾ ਉਹ ਹੋਵੇਗਾ ਹੈਕਸ। ਅੱਛਾ, ਇਹ ਜਿਹੜੇ ਕਾਰਬਨਾਂ ਦੀ ਸੰਖਿਆ ਦੇ ਅਨੁਸਾਰ ਜਿਹੜੇ ਅਗੇਤਰ ਲੱਗਣੇ ਆ, ਇਹ ਸੰਤ੍ਰਿਪਤ ਹਾਈਡਰੋਕਾਰਬਨ ਦੇ ਜਿਹੜਾ ਸਮੂਹ ਆ ਅਲਕੇਨ ਹੈ ਉਹਦੇ ਵਿੱਚ ਵੀ ਸੇਮ ਹੋਵੇਗਾ, ਤੇ ਅਸੰਤ੍ਰਿਪਤ ਹਾਈਡਰੋਕਾਰਬਨ ਜਿਸ ਵਿੱਚ ਅਲਕੀਨ ਤੇ ਅਲਕਾਈਨ ਆਣਗੇ ਉਹਨਾਂ ਦੇ ਵਿੱਚ ਵੀ ਇਹੀ ਅਗੇਤਰ ਵਰਤੇ ਜਾਣੇ ਆ। ਇਸ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ, ਚਾਹੇ ਇਸ ਦੀ ਕੋਈ ਕੋਟੇਸ਼ਨ ਬਣਾ ਲਓ ਜਿਸ ਨਾਲ ਤੁਹਾਨੂੰ ਇਹ ਚੇਤੇ ਹੋ ਜਾਣ ਵੀ ਜੇ ਕਾਰਬਨ 1 ਦਿਖਿਆ ਤਾਂ ਆਪਾਂ ਨੂੰ ਉਹਦੇ ਵਿੱਚ ਅਗੇਤਰ ਜਿਹੜਾ ਮਿਥ ਲੱਗਣਾ ਹੈ, ਕਾਰਬਨ 2 ਦਿਸੇ ਤਾਂ ਈਥ ਲੱਗਣਾ ਹੈ, ਕਾਰਬਨ 3 ਦਿਸੇ ਤਾਂ ਪ੍ਰੋਪ ਲੱਗਣਾ ਹੈ, ਕਾਰਬਨ 4 ਦਿਸੇ ਤਾਂ ਬਿਊਟ ਲੱਗਣਾ ਹੈ, ਕਾਰਬਨ 5 ਦਿਸੇ ਤਾਂ ਪੈਂਟ ਲੱਗਣਾ ਹੈ, ਤੇ ਕਾਰਬਨ 6 ਆਪਾਂ ਨੂੰ ਜੇ ਦਿਸੇ ਉਸ ਯੋਗਿਕ ਦੇ ਵਿੱਚ ਤਾਂ ਹੈਕਸ ਲੱਗਣਾ ਅਗੇਤਰ। ਹੁਣ ਇਸ ਦਾ ਨਾਮਕਰਨ ਕਿਵੇਂ ਹੋਵੇਗਾ ਉਹਦੇ ਬਾਰੇ ਵੀ ਤੁਹਾਨੂੰ ਹੁਣ ਮੈਂ ਦੱਸਦਾ। ਜਿਵੇਂ ਆਪਾਂ ਪੜ੍ਹ ਰਹੇ ਸੀ, ਇਸ ਦੇ ਮੈਂਬਰ ਕਿਵੇਂ ਹੋਣਗੇ, ਇਸ ਦਾ ਫਾਰਮੂਲਾ ਕਿਵੇਂ ਅਪਲਾਈ ਹੋਵੇਗਾ, ਤੇ ਇਹ ਫਾਰਮੂਲੇ ਦੀ ਵਰਤੋਂ ਕਰਕੇ ਆਪਣੇ ਜਿਹੜੇ ਯੋਗਿਕ ਆਣਗੇ ਉਹ ਕਿਹੜੇ ਕਿਹੜੇ ਆਣਗੇ। ਹੁਣ ਦੇਖੋ ਇੱਥੇ ਆਪਣੇ ਕੋਲੇ n ਦਾ ਭਾਵ ਹੈ ਵੀ ਕਿੰਨੇ ਨੰਬਰ ਹੈ। n ਆਪਾਂ ਇੱਥੇ ਮੰਨ ਕੇ ਚੱਲਾਂਗੇ 1 2 3 4 5 ਤੇ 6 ਸਾਰੇ ਮੰਨ ਕੇ ਚੱਲਾਂਗੇ। ਉਹਨਾਂ n ਨੂੰ ਆਪਾਂ ਇੱਥੇ ਫਾਰਮੂਲੇ ਦੇ ਵਿੱਚ ਜਿੱਥੇ ਆਪਾਂ ਲਿਖਿਆ ਹੋਇਆ ਉਸ ਦੇ n ਦੇ ਵਿੱਚ ਫਿਲ ਕਰਾਂਗੇ। ਫਿਲ ਕਰਕੇ ਆਪਾਂ ਇਸ ਦੇ ਮੈਂਬਰ ਬਣਾਵਾਂਗੇ। ਹੁਣ ਦੇਖੋ ਮੈਂ ਪਹਿਲਾ ਮੈਂਬਰ ਬਣਾ ਰਿਹਾ ਕਿਸ ਦਾ, ਇਹ ਅਲਕੇਨ ਦੀ ਸਮਝਾਤੀ ਲੜੀ ਦਾ, ਅਲਕੇਨ ਦੀ ਸਮਝਾਤੀ ਲੜੀ ਦਾ ਪਹਿਲਾ ਮੈਂਬਰ। ਤਾਂ ਹੁਣ ਦੇਖੋ ਕਾਰਬਨ n ਦੀ ਜਗ੍ਹਾ ਆਪਾਂ ਭਰ ਦਾਂਗੇ 1 ਇੱਥੇ, ਤੇ ਹਾਈਡਰੋਜਨ ਕਿੰਨਾ ਆ ਜਾਏਗਾ 2 × 1 ਤੇ +2। ਇਸੇ ਨੂੰ ਹੀ ਚੰਗੀ ਤਰ੍ਹਾਂ ਸਮਝ ਲਓ। ਇਸ ਨੂੰ ਫੋਲੋ ਕਰਦੇ ਹੋਏ ਤੁਸੀਂ ਅਗਲੇ ਵੀ ਜਿਹੜੇ ਬਣਤਰ ਹੈਗੀਆਂ ਉਹ ਅਗਲੇ ਯੋਗਿਕ ਆ ਉਹ ਵੀ ਤੁਸੀਂ ਬਣਾ ਸਕਦੇ ਆ। ਤਾਂ ਹੁਣ C ਦੇ ਪੈਰ 'ਚ 1 ਆ ਗਿਆ, ਜਦੋਂ C ਦੇ ਪੈਰ 'ਚ 1 ਹੋਵੇ ਤਾਂ ਆਪਾਂ ਉਹਨੂੰ C ਵੀ ਲਿਖ ਸਕਦੇ ਹਾਂ। H ਕਿੰਨਾ ਆ ਗਿਆ 2 × 1 2 +2, ਤਾਂ H ਦੇ ਪੈਰ 'ਚ ਕੀ ਆ ਗਿਆ 4। ਹੁਣ ਇਸ ਯੋਗਿਕ ਦਾ ਨਾਮ ਕੀ ਹੋਵੇਗਾ? ਤੁਸੀਂ ਦੇਖੋ ਇਹਦੇ ਵਿੱਚ ਕਾਰਬਨ 1 ਹੈ ਤਾਂ ਮੀਥ ਲਾਵਾਂਗੇ। ਪਿਛੇਤਰ ਇਹਦੇ 'ਚ ਕਿਹੜਾ ਲਾ ਸਕਦੇ ਹਾਂ ਆਪਾਂ, ਕਿਉਂਕਿ ਆਪਾਂ ਅਲਕੇਨ ਦੀ ਗੱਲ ਕਰ ਰਹੇ ਹਾਂ ਇਸ ਲਈ ਇਹਦੇ 'ਚ ਪਿਛੇਤਰ ਲੱਗੇਗਾ ਏਨ। ਮਿਥ ਪਲੱਸ ਏਨ ਭਾਵ ਇਸ ਦਾ ਨਾਮ ਬਣ ਜਾਏਗਾ ਮੀਥੇਨ। ਤਾਂ ਹੁਣ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਕਿਵੇਂ ਮਿਥੇਨ ਦੀ ਜਿਹੜੀ ਬਣਤਰ ਆਪਣੇ ਕੋਲੇ ਉਹ ਬਣੀ, ਉਸ ਦਾ ਆਪਾਂ ਨਾਮਕਰਨ ਕੀਤਾ।
ਤੇ ਉਸ ਦੀ ਆਪਾਂ ਜਿਹੜੀ ਬਣਤਰ ਹੈ, ਉਸ ਦੀ ਆਪਾਂ ਸਟਰਕਚਰ ਜਿਹੜੀ ਆ ਉਹ ਬਣਾਈ ਆ। ਹੁਣ ਇਸੇ ਮੈਥਡ ਨੂੰ ਫੋਲੋ ਕਰਦੇ ਹੋਏ ਤੁਸੀਂ ਇੱਕ ਰਫ ਕਾਪੀ ਲਓ, ਕੋਲੇ ਰੱਖੋ, ਤੇ ਉਹਦੇ ਵਿੱਚ ਤੁਸੀਂ ਇਹ ਸਾਰੀਆਂ ਬਣਤਰਾਂ ਬਾਕੀ ਦੀਆਂ ਬਣਾ ਕੇ ਦੇਖੋ। ਜੇ ਤੁਸੀਂ ਇਸ ਵਿੱਚ ਹੁਣ ਕਾਰਬਨ 2 ਅਪਲਾਈ ਕਰੋਗੇ ਤੇ 2 ਗੁਣਾ N ਦੀ ਜਗ੍ਹਾ ਵੀ ਫਿਰ ਕੀ ਆ ਜਾਏਗਾ, 2 ਗੁਣਾ 2। ਦੂਸਰਾ ਮੈਂਬਰ ਬਣ ਜਾਏਗਾ C2H, 2 ਦੂਣੀ 4 + 2 6। ਤਾਂ ਇਸ ਦਾ ਨਾਮ ਕੀ ਹੋਵੇਗਾ? ਆਪਾਂ ਕਾਰਬਨ ਦੀ ਦੇਖਾਂਗੇ ਉਹਨਾਂ ਦੀ ਗਿਣਤੀ ਕਿੰਨੀ ਹੈ। ਕਾਰਬਨ ਦੀ ਗਿਣਤੀ ਆ 2, ਤਾਂ ਉਹਦੇ ਹਿਸਾਬ ਨਾਲ ਆਪਾਂ ਲਾਵਾਂਗੇ ਈਥ ਪਲੱਸ ਏਨ। ਕੀ ਨਾਮ ਬਣ ਗਿਆ? ਈਥੇਨ। ਆ ਜਿਹੜਾ ਏਨ ਆਪਾਂ ਲਾਇਆ ਇਹ 75 ਹੈ। ਤਾਂ ਇਸੇ ਫਾਰਮੂਲੇ ਨੂੰ ਅਪਲਾਈ ਕਰਦੇ ਹੋਏ ਆਪਾਂ ਇਹਦੇ ਸਾਰੇ ਮੈਂਬਰਾਂ ਦੀ ਜਿਹੜੀ ਸਾਰੇ ਮੈਂਬਰਾਂ ਦੇ ਨਾਮਕਰਨ ਕਰ ਸਕਦੇ ਹਾਂ, ਤੇ ਉਸ ਦਾ ਕੀ ਫਾਰਮੂਲਾ ਹੈਗਾ ਉਹ ਆਪਾਂ ਇਜਾਦ ਕਰ ਸਕਦੇ ਹਾਂ। ਤਾਂ ਆਪਾਂ 2 ਮੈਂਬਰ ਦੇਖ ਲਏ, ਤੀਸਰਾ ਮੈਂਬਰ ਹੋਵੇਗਾ C3। ਹੁਣ ਇਸ ਫਾਰਮੂਲੇ ਨੂੰ ਤੁਸੀਂ ਇੱਕ ਹੋਰ ਤਰੀਕੇ ਨਾਲ ਵੀ ਯਾਦ ਕਰਨਾ ਹੈਗਾ ਕਿ ਇਹਦੇ ਵਿੱਚ ਜਿਵੇਂ CnH2n ਆਪਾਂ ਲਗਾਇਆ ਸੀਗਾ ਫਾਰਮੂਲਾ CnH2n + 2। ਕਹਿਣ ਦਾ ਭਾਵ ਹੈ N ਦਾ ਦੁੱਗਣਾ ਤੇ ਉਹਦੇ 'ਚ 2 ਜੋੜ ਲੈਣੇ ਆ, ਉਹਨੇ H ਦੇ ਪੈਰ 'ਚ ਆ ਜਾਣਗੇ। ਜਿੰਨੇ ਕਾਰਬਨ ਦੇ ਪੈਰ 'ਚ ਲੱਗੇ ਉਹਦਾ ਦੁੱਗਣਾ ਕਰਕੇ ਪਲੱਸ ਉਹਦੇ 'ਚ 2 ਕਰ ਦੇਣੇ ਆ, ਉਹਨੇ ਇਹਦੇ ਆਪਣੇ ਸਟਰਕਚਰ ਦੇ ਵਿੱਚ ਹਾਈਡਰੋਜਨ ਆ ਜਾਣਗੇ। ਹੁਣ ਐਵੇਂ ਦੇਖੋ C3 ਹੈ, H ਕਿੰਨਾ ਹੋਵੇਗਾ? 3 ਦੂਣੀ 6 + 2। ਕਹਿਣ ਤੋਂ ਭਾਵ C3H8। ਇਸ ਦਾ ਨਾਮ ਕੀ ਹੋਵੇਗਾ? ਪ੍ਰੋਪੇਨ। ਤਾਂ ਇਸੇ ਤਰ੍ਹਾਂ C4H ਕਿੰਨਾ? 4 ਦੂਣੀ 8 + 2 10। ਨਾਮ ਹੋਇਆ ਬਿਊਟੇਨ। ਤੇ ਜੇ ਆਪਾਂ ਇਸ ਤੋਂ ਅਗਲੀ ਬਣਤਰ ਬਣਾਵਾਂਗੇ C5H, 5 ਦੂਣੀ 10 + 2 12। ਇਸ ਦਾ ਨਾਮ ਹੋਵੇਗਾ ਪੈਂਟੇਨ। ਤੇ ਜੇ ਆਪਾਂ ਉਸ ਤੋਂ ਅਗਲੀ ਬਣਤਰ ਬਣਾਵਾਂਗੇ C6H, 6 ਦੂਣੀ 12 + 2 14। ਇਸ ਦਾ ਨਾਮ ਹੋਵੇਗਾ ਆਪਣੇ ਕੋਲੇ ਹੈਕਸੇਨ। ਤੋ ਇਹ ਤਾਂ ਉਸ ਦੇ ਜਿਹੜੇ ਆਪਾਂ ਯੋਗਿਕਾਂ ਦੇ ਫਾਰਮੂਲੇ ਕਿਵੇਂ ਯਾਦ ਕਰਨੇ ਆ, ਉਹਦਾ ਨਾਮਕਰਨ ਕਿਵੇਂ ਕਰਨਾ ਹੈ, ਉਹਦੇ ਬਾਰੇ ਆਪਾਂ ਸਮਝਿਆ। ਹੁਣ ਤੁਹਾਨੂੰ ਇਸ ਦੀ ਬਣਤਰ ਬਾਰੇ ਸਮਝਾਊਂਗਾ। ਜਿਵੇਂ ਹੁਣ ਮੰਨ ਲਓ ਆਪਾਂ ਪਹਿਲਾ ਮੈਂਬਰ ਬਣਾਇਆ ਸੀ, ਉਸ ਦਾ ਨਾਮ ਸੀ ਮੀਥੇਨ। ਹੁਣ ਇਸ ਦੀ ਆਪਾਂ 2 ਤਰ੍ਹਾਂ ਦੀ ਬਣਤਰ ਬਣਾਉਣੀ ਹੈ। ਇੱਕ ਜਿਹੜੀ ਮੈਂ ਤੁਹਾਨੂੰ ਪਹਿਲਾਂ ਸਮਝਾ ਕੇ ਹਟਿਆ ਇਲੈਕਟ੍ਰੋਨ ਡਾਟ ਬਣਤਰ, ਇਲੈਕਟ੍ਰੋਨ ਬਿੰਦੂ ਰਚਨਾ, ਤੇ ਦੂਸਰੀ ਇਸ ਦੀ ਹੈਗੀ ਆ ਆਮ ਰਚਨਾ, ਸਧਾਰਨ ਰਚਨਾ। ਸਧਾਰਨ ਰਚਨਾ ਇਹਦੀ ਕੀ ਹੋਵੇਗੀ? ਪਹਿਲਾਂ ਇਲੈਕਟ੍ਰੋਨ ਬਿੰਦੂ ਰਚਨਾ ਦੱਸਦਾ, ਉਸ ਤੋਂ ਤੁਹਾਨੂੰ ਸਧਾਰਨ ਰਚਨਾ ਵੀ ਸਮਝਾਊਂਗਾ। ਕਾਰਬਨ ਦੇ ਦੁਆਲੇ ਉਸ ਦੀ ਵੈਲੈਂਸੀ ਕਿੰਨੀ ਹੈ? 4। ਆਪਾਂ ਕਾਰਬਨ ਦੇ ਦੁਆਲੇ 4 ਡਾਟ ਲਗਾਤੇ। ਇਹ ਕਾਰਬਨ ਦੇ ਦੂਸਰੇ ਸ਼ੈੱਲ ਵਿੱਚ ਪਏ ਹੋਏ ਇਲੈਕਟ੍ਰੋਨਾਂ ਦੀ ਗਿਣਤੀ ਹੈ। ਤੇ ਇਹਦੇ ਦੁਆਲੇ 4 ਹਾਈਡਰੋਜਨ ਲੱਗਣਗੇ। 4 ਹਾਈਡਰੋਜਨ ਆਪਾਂ ਲਗਾ ਕੇ ਉਸ ਹਾਈਡਰੋਜਨ ਦੇ ਇਲੈਕਟ੍ਰੋਨ ਵੀ ਆਪਾਂ ਇੱਥੇ ਲਿਖਣੇ ਆ। ਆ ਜਿਵੇਂ ਹਾਈਡਰੋਜਨ ਦੇ ਇਲੈਕਟ੍ਰੋਨ ਹੈ ਉਹ ਆਪਾਂ ਦਰਸਾਤੇ। ਤਾਂ ਹੁਣ ਇਹਨਾਂ, ਕਿਉਂਕਿ ਇਹ ਇੱਕ ਜੋੜੀ ਇਲੈਕਟ੍ਰੋਨ ਤੁਹਾਨੂੰ ਇੱਥੇ ਵੀ ਦਿਖ ਰਿਹਾ, ਇੱਥੇ ਵੀ ਦਿਖ ਰਿਹਾ, ਇੱਥੇ ਵੀ ਦਿਖ ਰਿਹਾ, ਤੇ ਇੱਥੇ ਵੀ ਦਿਖ ਰਿਹਾ, ਇਹਨਾਂ ਇੱਕ ਜੋੜੀ ਇਲੈਕਟ੍ਰੋਨਾਂ ਨੂੰ ਆਪਾਂ ਕਿਵੇਂ ਇਹਦੇ ਬਾਹਰ ਦਰਸਾ ਸਕਦੇ ਹਾਂ? ਉਹਨਾਂ ਨੂੰ ਆਪਾਂ ਇੱਕ ਸਿੱਧੀ ਸਪਸ਼ਟ ਰੇਖਾ ਦੇ ਰੂਪ ਵਿੱਚ ਵੀ ਦਰਸਾ ਸਕਦੇ ਹਾਂ। ਸਿੱਧੀ ਸਪਸ਼ਟ ਰੇਖਾ ਕਹਿਣ ਤੋਂ ਭਾਵ ਇਹ 2 ਇਲੈਕਟ੍ਰੋਨਾਂ ਦੇ ਜੋੜੇ ਨਾਲ ਬਣੀ ਹੈ। ਤਾਂ ਇਹ ਸੀਗੀ ਆਪਣੀ ਕਿਹਦੀ ਬਣਤਰ? ਮੀਥੇਨ ਦੀ। ਤਾਂ ਇਹਦੇ ਵਿੱਚ ਇਕਹਿਰਾ ਬੰਧਨ ਸੀਗਾ। ਹੁਣ ਇਸ ਦੇ ਅਖੀਰਲੇ ਮੈਂਬਰ ਦੀ ਰਚਨਾ ਬਣਾਉਂਦੇ ਆਪਾਂ, ਜਿਸ ਦਾ ਨਾਮ ਆਪਣੇ ਕੋਲੇ ਹੈਗਾ ਹੈਕਸੇਨ। ਹੈਕਸੇਨ ਦੀ ਰਚਨਾ ਕਿਵੇਂ ਬਣੇਗੀ? ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਕਾਰਬਨ 6 ਹੋਣਗੇ। ਕਾਰਬਨ 6 ਹੋਣ ਦਾ ਭਾਵ ਹੈ ਵੀ 6 ਕਾਰਬਨਾਂ ਦਾ
ਆਪਸ ਵਿੱਚ ਬੰਧਨ ਬਣਿਆ ਹੋਇਆ। ਇਹਨਾਂ ਕੋਲੇ 4 ਦੀ ਥਾਂ ਹੈਗੀ ਆ, 4 ਇਲੈਕਟ੍ਰੋਨ, ਇਹ 4 ਬੰਧਨ ਆਪਣੇ ਨਾਲ ਬਣਾ ਸਕਦਾ। ਹੁਣ ਆਹ ਵਾਲਾ ਕਾਰਬਨ ਹੈ, ਇਹਦੇ ਇੱਕ ਦਾ ਬੰਧਨ ਕਾਰਬਨ ਨਾਲ ਬਣਿਆ ਹੋਇਆ ਸੀ, ਆ 3 ਪਾਸੇ ਇਸ ਦਾ ਬੰਧਨ ਬਣ ਜਾਏਗਾ। ਹੁਣ ਆਹ ਵਾਲਾ ਜਿਹੜਾ ਕਾਰਬਨ ਹੈ ਇਹਦਾ 2 ਪਾਸੇ ਬੰਧਨ ਬਣਿਆ ਹੋਇਆ, ਇਸ ਕਰਕੇ ਇਹਦੇ 2 ਪਾਸੇ ਆਪਾਂ ਲਗਾਵਾਂਗੇ। ਇਹਦੇ ਵੀ ਉਵੇਂ 2 ਲਗਾਵਾਂਗੇ, ਇਹਦੇ ਵੀ 2 ਬੰਧਨ ਹੋਣਗੇ ਹੈਗਾ, ਇਹਦੇ ਵੀ 2 ਹੋਣਗੇ। ਹੁਣ ਇਹਦੇ ਕੋਲ 1 ਹੈਗਾ, ਇਹਦੇ 3 ਹੋਰ ਲੱਗ ਜਾਣਗੇ, ਤਾਂ ਬਾਕੀ ਸਾਰੇ ਪਾਸੇ ਕੀ ਆ ਜਾਏਗਾ? ਹਾਈਡਰੋਜਨਸ। ਸਾਰੇ ਪਾਸੇ ਹਾਈਡਰੋਜਨਾਂ ਆ ਗਈਆਂ। ਜਦੋਂ ਇਸ ਦਾ ਫਾਰਮੂਲਾ ਵੀ ਇੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਵੇਂ ਬਣਿਆ ਇਹ। C6 ਤੇ H ਦੀ ਗਿਣਤੀ ਗਿਣੋ। H ਕਿੰਨੇ ਹੋਏ ਆਪਣੇ ਕੋਲੇ? 1 2 3 4 5 6 7 8 9 10 11 12 13 14। ਤਾਂ ਇਸ ਦਾ ਫਾਰਮੂਲਾ ਬਣ ਗਿਆ। ਕਾਰਬਨ ਕਿੰਨੇ ਹੈ? 1 2 3 4 5 6। ਤਾਂ ਫਾਰਮੂਲਾ ਹੋਇਆ C6H, 6 ਦੂਣੀ 12 ਤੇ 2 14। ਆ ਆਪਣੇ ਕੋਲੇ ਹੈਕਸੇਨ ਦਾ ਉਸ ਦਾ ਸਧਾਰਨ ਸੂਤਰ ਹੈ, ਤੇ ਆ ਆਪਣੇ ਕੋਲੇ ਹੈਕਸਾਨ ਦੀ ਜਿਹੜੀ ਹੈ ਉਹ ਉਸ ਦੀ ਸਧਾਰਨ ਰਚਨਾ ਬਣੀ ਹੈ। ਪਰ ਇਸ ਨੂੰ ਜੇ ਤੁਸੀਂ ਇਲੈਕਟ੍ਰੋਨ ਬਿੰਦੂ ਰਚਨਾ ਦੇ ਰੂਪ ਵਿੱਚ ਦਰਸਾਉਣਾ ਹੈਗਾ ਤਾਂ ਉਦੋਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਧਿਆਨ ਦੇਣਾ ਪਵੇਗਾ। ਜਿਵੇਂ ਤੁਹਾਨੂੰ ਮੈਂ ਪਹਿਲਾਂ ਸਮਝਾ ਕੇ ਹਟਿਆ, ਤੁਹਾਨੂੰ ਪੇਪਰ 'ਚ ਕਿਸੇ ਦੀ ਵੀ ਇਲੈਕਟ੍ਰੋਨ ਬਿੰਦੂ ਰਚਨਾ ਪੁੱਛ ਸਕਦੇ ਆ, ਤਾਂ ਤੁਹਾਨੂੰ ਧਿਆਨ ਰੱਖਣਾ ਪਵੇਗਾ। ਕਾਰਬਨ 6 ਲਿਖ ਕੇ ਉਹਨਾਂ ਦੇ ਆਪਸ ਵਿੱਚ ਬੰਧਨ ਬਣਾ ਦੇਣੇ ਆ। ਇਹਦੇ 'ਚ ਪੂਰੀ ਨਹੀਂ ਆਵੇਗੀ, ਇਸ ਕਰਕੇ ਮੈਂ ਕਿਸੇ ਹੋਰ ਦੀ ਇਲੈਕਟ੍ਰੋਨ ਬਿੰਦੂ ਰਚਨਾ ਤੁਹਾਨੂੰ ਦੁਬਾਰਾ ਸਮਝਾ ਰਿਹਾ। ਕਿਹਦੀ ਸਮਝਾਵਾਂਗਾ? ਬਿਊਟੇਨ ਦੀ ਸਮਝਾ ਰਿਹਾ ਮੈਂ ਤੁਹਾਨੂੰ। 4 ਕਾਰਬਨ ਲਗਾ ਕੇ ਹਾਂਜੀ, ਤਾਂ ਇਹਦੇ 'ਚ ਧਿਆਨ ਨਾਲ ਦੇਖੋ ਤੁਸੀਂ ਕਿ ਇਸ ਤਰ੍ਹਾਂ 2 ਜੋੜੀ ਇਲੈਕਟ੍ਰੋਨ ਤਾਂ ਕਾਰਬਨਾਂ ਦੇ ਵਿਚਾਲੇ ਆ। ਹੁਣ ਇੱਧਰਲੇ ਪਾਸੇ ਵੀ ਉੱਤੇ ਵੀ ਦੇਖੋ, ਇਸ ਦੇ ਉੱਤੇ ਵੀ ਇਸ ਦੇ ਇਲੈਕਟ੍ਰੋਨ ਜਿਹੜੇ ਆ ਉਹਨਾਂ ਦੀ ਸੰਖਿਆ ਪੂਰੀ ਕਰਨੀ ਆ ਆਪਾਂ, ਜਿਹੜੇ ਇਹਦੇ ਆਪਣੇ ਆ। ਤਾਂ ਇਹਦੇ ਨਾਲ ਕਾਰਬਨ ਦੇ ਆਪਣੇ ਇਲੈਕਟ੍ਰੋਨ ਪੂਰੇ ਹੋ ਗਏ। ਹੁਣ ਆਪਾਂ ਇਹਦੇ ਨਾਲ ਲਾਵਾਂਗੇ ਹਾਈਡਰੋਜਨ ਦੇ ਇਲੈਕਟ੍ਰੋਨ। ਹਾਈਡਰੋਜਨ ਦੇ ਆਪਾਂ ਕ੍ਰਾਸ ਰੂਪ ਵਿੱਚ ਲਾ ਦਿੰਨੇ ਆ। ਜਾਂ ਇਸ ਦੀ ਕੋਈ ਵੀ ਆਪਾਂ ਪਛਾਣ ਬਣਾ ਸਕਦੇ ਹਾਂ। ਆਪਾਂ ਹਾਈਡਰੋਜਨ ਲਿਖ ਦਾਂਗੇ, ਜਿੰਨੇ ਜਿੰਨੇ ਪਾਸੇ ਆਪਾਂ ਕ੍ਰਾਸ ਲਗਾਇਆ ਆਪਾਂ ਹਾਈਡਰੋਜਨ ਲਗਾਤੀ। ਹੁਣ ਆਪਾਂ ਇਹਨਾਂ ਦਾ ਜਿਹੜਾ ਸ਼ੈੱਲ ਹੈ ਉਹ ਪੂਰਾ ਕਰਨਾ ਹੈ। ਸ਼ੈੱਲ ਪੂਰਾ ਕਿਵੇਂ ਕਰਾਂਗੇ? ਜਿਵੇਂ ਹਾਈਡਰੋਜਨ ਨੂੰ ਆਪਣੇ ਪਹਿਲੇ ਸ਼ੈੱਲ 'ਚ 2 ਇਲੈਕਟ੍ਰੋਨ ਚਾਹੀਦੇ ਆ, ਇਸ ਦਾ ਘੇਰਾ ਬਣ ਗਿਆ। ਇਸ ਤਰ੍ਹਾਂ ਬਾਕੀ ਦੇ ਹਾਈਡਰੋਜਨ ਆਪਣਾ ਘੇਰਾ ਬਣਾ ਲੈਣਗੇ 2 ਇਲੈਕਟ੍ਰੋਨਾਂ ਦੇ ਨਾਲ। ਹਾਈਡਰੋਜਨ ਦਾ ਆਪਣਾ ਜਿਹੜਾ ਘੇਰਾ ਉਹ ਪੂਰਾ ਹੋ ਗਿਆ। ਹੁਣ ਆਪਾਂ ਕਾਰਬਨ ਦਾ ਵੀ ਬਣਾਉਣਾ ਹੈ। ਕਾਰਬਨ ਦਾ ਕਿਵੇਂ ਬਣੇਗਾ? ਕਾਰਬਨ ਨੇ ਆਪਣੇ ਆਕਟੇਟ 'ਚ 8 ਇਲੈਕਟ੍ਰੋਨ ਪੂਰੇ ਕਰਨੇ ਹਨ। ਇਸ ਤਰ੍ਹਾਂ ਇਸੇ ਤਰ੍ਹਾਂ ਦੂਜਾ ਕਾਰਬਨ ਜਿਹੜਾ ਆਪਣਾ ਆਕਟੇਟ ਆ ਉਸ ਨੂੰ ਪੂਰਾ ਕਰੇਗਾ। ਇਸੇ ਤਰ੍ਹਾਂ ਤੀਸਰਾ ਕਾਰਬਨ, ਤੇ ਇਸੇ ਤਰ੍ਹਾਂ ਚੌਥਾ ਕਾਰਬਨ। तो ये उसकी इलैक्ट्रॉन बिंदु रचना बन गई। किस दी है ये? C4H10
ਭਾਵ ਬਿਊਟੇਨ ਦੀ। ਤਾਂ ਇਸ ਦੇ ਨਾਲ ਤੁਹਾਨੂੰ ਜਿਹੜੀ ਇਸ ਦੇ ਲਗਭਗ ਸਾਰੇ ਮੈਂਬਰਾਂ ਬਾਰੇ ਪਤਾ ਲੱਗ ਗਿਆ ਹੋਵੇਗਾ ਕਿ ਕਿਵੇਂ ਆਪਾਂ ਉਸ ਦੀ ਜਿਹੜੀ ਸਟਰਕਚਰ ਹੈ ਉਹ ਬਣਾ ਸਕਦੇ ਹਾਂ। ਤਾਂ ਅੱਜ ਦੇ ਲੈਕਚਰ ਵਿੱਚ ਇੰਨਾ ਹੀ।